ਸਤਿ ਸ਼੍ਰੀ ਅਕਾਲ ਦੋਸਤੋ। ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਪਟਵਾਰੀ ਦੇ ਪੇਪਰ ਦੀ ਸਾਰਿਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਪੇਪਰ ਵਿੱਚ ਪਿਛਲੇ ਪੇਪਰ ਵਿੱਚ ਕੁਐਸਚਨ ਕਿੱਥੋਂ ਸੈੱਟ ਹੋਏ ਸੀ, ਰੀਜਨਿੰਗ ਦੇ ਕੁਐਸਚਨ ਕਿੱਥੋਂ ਸੈੱਟ ਹੋਏ ਸੀ। ਅੱਜ ਆਪਾਂ ਤੁਹਾਡੇ ਨਾਲ ਇਹ ਡਿਸਕਸ ਕਰਾਂਗੇ ਕਿਹੜੇ ਚੈਪਟਰ ਦੇ ਵਿੱਚੋਂ, ਕਿਹੜੀ ਕਿਤਾਬ ਦੇ ਵਿੱਚੋਂ ਇਹ ਪ੍ਰਸ਼ਨ ਆਏ ਸੀ। ਦੋਸਤੋ, ਵੀਡੀਓ ਪੂਰੇ ਧਿਆਨ ਨਾਲ ਦੇਖਣੀ ਹੈ, ਲਾਸਟ ਤੱਕ ਦੇਖਣੀ ਹੈ ਤੇ ਤੁਹਾਨੂੰ ਆਈਡੀਆ ਹੋ ਜਾਏਗਾ ਜ਼ਿਆਦਾਤਰ ਕੁਐਸਚਨ ਕਿਹੜੇ ਚੈਪਟਰ ਦੇ ਵਿੱਚੋਂ ਸੈੱਟ ਹੁੰਦੇ ਹਨ ਰੀਜਨਿੰਗ ਦੇ। ਤੇ ਆਪਾਂ ਨੂੰ ਜ਼ਿਆਦਾ ਹੋਰ ਚੈਪਟਰਾਂ ਦੇ ਉੱਤੇ ਮਤਲਬ ਕਿ ਜਿਹੜੇ ਨਹੀਂ ਪੜ੍ਹਨ ਲਾਇਕ ਉਹਨਾਂ ਦੇ ਉੱਤੇ ਜ਼ਿਆਦਾ ਟਾਈਮ ਖਰਾਬ ਕਰਨ ਨਾਲੋਂ ਚੰਗਾ ਵੀ ਇਹਨਾਂ ਚੈਪਟਰਾਂ ਦੀ ਆਪਾਂ ਮੇਨ ਤਿਆਰੀ ਕਰ ਲਈਏ। ਪੜ੍ਹਨਾ ਤਾਂ ਹੈ ਸਾਰਾ ਹੀ, ਬਟ ਇਹਨਾਂ ਚੈਪਟਰਾਂ ਦੀ ਆਪਾਂ ਨੇ ਮੇਨਲੀ ਤਿਆਰੀ ਕਰਨੀ ਹੈ ਤੇ ਆਪਾਂ ਤੁਹਾਨੂੰ ਇਸ ਚੈਨਲ ਦੇ ਉੱਤੇ ਸਾਰਿਆਂ ਨੂੰ ਤਿਆਰੀ ਕਰਵਾਵਾਂਗੇ। ਤੁਸੀਂ ਇਸ ਚੈਨਲ ਦੇ ਉੱਤੇ ਜੁੜੇ ਰਹਿਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਦੋਸਤੋ, ਟਾਈਮ ਨਾ ਖਰਾਬ ਕਰਦੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਆ ਗਿਆ 16ਵਾਂ ਪ੍ਰਸ਼ਨ, ਜੋ ਰੀਜਨਿੰਗ ਦਾ ਇਹ ਗਰੁੱਪ ਡੀ ਦਾ ਇੱਕ ਮੇਰੇ ਕੋਲ ਸੈੱਟ ਹੈ ਜੋ ਮੈਂ ਪੇਪਰ ਦਿੱਤਾ ਸੀ ਤੇ ਉਸ ਦੇ ਵਿੱਚ 16ਵਾਂ ਪ੍ਰਸ਼ਨ ਜੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦਿਖ ਰਿਹਾ, ਮੈਂਟਲ ਐਬਿਲਿਟੀ ਯਾਨੀ ਕਿ ਰੀਜ਼ਨਿੰਗ ਦਾ, ਇਹ ਹੈ ਦੋਸਤੋ ਕੋਡਿੰਗ ਡਿਕੋਡਿੰਗ ਦਾ ਕੁਐਸਚਨ। ਤੇ ਕੋਡਿੰਗ ਡਿਕੋਡਿੰਗ ਦੇ ਵਿੱਚ RS ਅਗਰਵਾਲ ਬੁੱਕ 'ਚੋਂ ਪਾਇਆ ਗਿਆ ਦੋਸਤੋ ਇਹ ਕੁਐਸਚਨ। ਪੇਜ ਨੰਬਰ 241 ਪੇਜ ਦੇ ਉੱਤੇ ਤੁਹਾਨੂੰ ਇਹ ਕੁਐਸਚਨ ਮਿਲ ਜਾਏਗਾ। ਤੁਸੀਂ RS ਅਗਰਵਾਲ ਬੁੱਕ ਓਪਨ ਕਰੋ ਤੇ ਉਸ ਦੇ ਵਿੱਚ 241 ਨੰਬਰ ਪੇਜ ਦੇ ਉੱਤੇ ਜਾਓ, ਤੁਹਾਨੂੰ ਇਹ ਕੁਐਸਚਨ ਮਿਲ ਜਾਏਗਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 17ਵਾਂ ਦੋਸਤੋ। ਪ੍ਰਸ਼ਨ 17ਵਾਂ ਜੋ ਹੈ ਪਲੱਸ ਸਟੈਂਡਸ ਫॉर ਮਲਟੀਪਲਾਈ, ਮਾਈਨਸ ਫॉर ਡਿਵੀਜ਼ਨ, ਮਲਟੀਪਲਾਈ ਫॉर ਮਾਈਨਸ ਐਂਡ ਡਿਵਾਈਡ ਫॉर ਪਲੱਸ। 10 ਫਾਈਂਡ ਦੀ ਵੈਲਿਊ, ਮਤਲਬ ਕਿ ਤੁਹਾਨੂੰ ਇੱਕ ਦਿੱਤੀ ਹੋਈ ਆ। ਇਹ ਦੋਸਤੋ ਹੈਗਾ ਮੈਥੇਮੈਟੀਕਲ ਆਪਰੇਸ਼ਨ ਤੇ ਮੈਥੇਮੈਟੀਕਲ ਆਪਰੇਸ਼ਨ RS ਅਗਰਵਾਲ ਬੁੱਕ 'ਚੋਂ ਲਿੱਤਾ ਗਿਆ ਦੋਸਤੋ, ਪੇਜ ਨੰਬਰ 571 ਤੋਂ। ਤੇ ਦੋਸਤੋ ਮਤਲਬ ਕਿ ਮੈਥੇਮੈਟੀਕਲ ਆਪਰੇਸ਼ਨ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ। ਇਹਦੇ ਵਿੱਚੋਂ ਤੁਹਾਨੂੰ ਮੈਂ ਅੱਗੇ ਵੀ ਦਿਖਾਵਾਂਗਾ ਕਾਫੀ ਕੁਐਸਚਨ ਸੈੱਟ ਹੋਏ ਆ। ਤੁਸੀਂ ਇਹ ਕੁਐਸਚਨ ਇਹ ਚੈਪਟਰ ਨੂੰ ਬੜੇ ਧਿਆਨ ਨਾਲ ਕਰਨਾ ਹੈ। ਜਿਵੇਂ ਕਿ ਕੋਡਿੰਗ ਡਿਕੋਡਿੰਗ ਦੱਸਿਆ, ਮੈਥੇਮੈਟੀਕਲ ਆਪਰੇਸ਼ਨ ਦੱਸਿਆ, ਤੁਸੀਂ ਇਹਨਾਂ ਚੈਪਟਰਾਂ ਨੂੰ ਬੜੇ ਧਿਆਨ ਨਾਲ ਕਰਨਾ ਹੈ। ਪੂਰੀ ਦੀਆਂ ਪੂਰੀਆਂ ਐਕਸਰਸਾਈਜ਼ਾਂ ਸੋਲਵ ਕਰਕੇ ਦੇਖਣੀਆਂ। ਅੱਗੇ ਆ ਗਿਆ ਦੋਸਤੋ ਪ੍ਰਸ਼ਨ 18ਵਾਂ। ਪ੍ਰਸ਼ਨ 18ਵੇਂ ਦੇ ਵਿੱਚ ਇੱਕ ਆਪਾਂ ਨੂੰ ਬਾਕਸ ਦਿੱਤਾ ਹੋਇਆ, ਉਹਦੇ ਅਗੇਂਸਟ ਵੈਲਿਊਜ਼ ਦਿੱਤੀਆਂ ਹੋਈਆਂ ਕੋਰਸਪੋਂਡਿੰਗ ਵੈਲਿਊਜ਼, ਤੇ ਆਪਾਂ ਨੇ ਇੱਕ ਕੁਐਸਚਨ ਮਾਰਕ ਵਾਲੀ ਵੈਲਿਊ ਜੋ ਹੈ ਨਾ, ਇਹ ਕੁਐਸਚਨ ਮਾਰਕ ਵਾਲੀ ਵੈਲਿਊ ਫਾਈਂਡ ਕਰਨੀ ਆ। ਤਾਂ ਦੋਸਤੋ ਇਹਦੇ ਵਿੱਚ ਕਿਆ ਹੈ, ਤਾਂ ਇਹ ਚੈਪਟਰ ਕਿਹੜਾ ਹੈ, ਮਤਲਬ ਕਿ ਇਹ ਰੀਜਨਿੰਗ ਦਾ ਇੰਸਰਟਿੰਗ ਦੀ ਮਿਸਿੰਗ ਕਰੈਕਟਰ ਚੈਪਟਰ ਦਾ ਨਾਮ ਹੈ। ਉਸ ਦੇ ਵਿੱਚੋਂ ਇਹ ਕੁਐਸਚਨ ਆਉਂਦੇ ਹਨ ਤੇ ਦੋਸਤੋ 100-150 ਕੁਐਸਚਨ RS ਅਗਰਵਾਲ ਬੁੱਕ ਦੇ ਵਿੱਚ ਤੁਸੀਂ ਉੱਥੋਂ ਫੋਲੋ ਕਰ ਲੈਣਾ ਹੈ, ਉਹ ਉਸਦੇ ਵਿੱਚੋਂ ਪ੍ਰੈਕਟਿਸ ਕਰ ਲੈਣੀ ਹੈ। ਜਦੋਂ ਤੁਹਾਡੀ ਇੱਕ ਵਾਰੀ ਪ੍ਰੈਕਟਿਸ ਹੋ ਗਈ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਇੰਸਰਟਿੰਗ ਦਾ ਮਿਸਿੰਗ ਕਰੈਕਟਰ ਦਾ ਕੁਐਸਚਨ ਸੈੱਟ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ 19ਵਾਂ। ਪ੍ਰਸ਼ਨ 19ਵਾਂ ਦੋਸਤੋ ਇੱਕ AZB ਬਾਈ ਕੌਮਾ ਕੁਐਸਚਨ ਮਾਰਕ ਕੌਮਾ EVFU ਕੌਮਾ GTHS। ਦੋਸਤੋ ਇਹ ਅਲਫਾਬੈਟ ਸੀਰੀਜ਼ ਹੈ। ਆਪਾਂ ਨੇ ਕੁਐਸਚਨ ਮਾਰਕ ਦੀ ਜਗ੍ਹਾ ਤੇ ਜੋ ਕੁਐਸਚਨ ਮਾਰਕ ਹੈ ਇਹਨਾਂ ਚਾਰਾਂ ਆਪਸ਼ਨਾਂ 'ਚੋਂ ਇੱਕ ਆਪਸ਼ਨ ਸਿਲੈਕਟ ਕਰਨੀ ਹੈ। ਤਾਂ ਦੋਸਤੋ ਇਹ ਕੁਐਸਚਨ ਦੇਖੀਏ ਤਾਂ ਅਲਫਾਬੈਟ ਸੀਰੀਜ਼ ਦੇ ਵਿੱਚੋਂ ਹੈ। ਦੋਸਤੋ ਮੈਂ ਐਨਾਲਾਈਜ਼ ਕੀਤਾ ਸਾਰੇ ਕੁਐਸਚਨਾਂ ਦਾ, RS ਅਗਰਵਾਲ ਬੁੱਕ ਮੈਂ ਆਪਣੇ ਸਾਹਮਣੇ ਰੱਖੀ ਤੇ ਦੇਖਿਆ ਵੀ ਕੁਐਸਚਨ ਕਿਹੜਾ ਕਿੱਥੋਂ ਸੈੱਟ ਹੁੰਦਾ ਹੈ। ਤਾਂ ਇਹ ਮੈਂ ਤੁਹਾਨੂੰ ਪੂਰਾ ਐਨ ਪਰਖ ਕੇ ਤੁਹਾਡੇ ਲਈ ਡਾਟਾ ਲੈ ਕੇ ਆਇਆ, ਡਾਟਾ ਤਿਆਰ ਕਰਕੇ ਲੈ ਕੇ ਆਇਆ। ਮੈਨੂੰ ਟਾਈਮ ਵੀ ਬਹੁਤ ਲੱਗਿਆ ਇਸ ਦੇ ਵਿੱਚ। ਤੇ ਤੁਸੀਂ ਇਹ ਚੈਪਟਰ ਜੋ ਮੈਂ ਦੱਸ ਰਿਹਾ ਇਹ ਬਹੁਤ ਹੀ ਮੇਨ ਆ ਤੁਹਾਡੇ ਲਈ ਤਿਆਰੀ ਕਰਨ ਲਈ। ਇਹ ਅਲਫਾਬੈਟ ਸੀਰੀਜ਼ ਦਾ ਕੁਐਸਚਨ ਆ 19ਵਾਂ। ਤੇ ਅੱਗੇ ਗੱਲ ਕਰੀਏ ਪ੍ਰਸ਼ਨ 20ਵਾਂ। ਅੱਗੇ ਆ ਗਿਆ ਦੋਸਤੋ ਆਇਡੈਂਟੀਫਾਈ ਦਾ ਰੋਂਗ ਨੰਬਰ ਇਨ ਸੀਰੀਜ਼, ਜਾਣੀ ਕਿ ਇਸ ਤੋਂ ਪਤਾ ਹੀ ਲੱਗਦਾ ਆਪਾਂ ਨੂੰ ਇਹ ਚੈਪਟਰ ਕਿਹੜੇ ਚੈਪਟਰ ਦਾ ਕੁਐਸਚਨ ਹੈ। ਰੋਂਗ ਟਰਮ ਇਨ ਨੰਬਰ ਨਮੈਰਿਕ ਸੀਰੀਜ਼, ਮਤਲਬ ਨੰਬਰ ਸੀਰੀਜ਼ ਦੇ ਵਿੱਚ ਕੋਈ ਆਪਾਂ ਨੇ ਰੋਂਗ ਟਰਮ ਫਾਈਂਡ ਆਊਟ ਕਰਨੀ ਆ, ਜੋ ਕਿ ਆਪਾਂ ਨੂੰ ਆ ਨੰਬਰ ਸੀਰੀਜ਼ ਦਿੱਤੀ ਹੈ 9, 19, 40, 83, 170, 340। ਇਹਨਾਂ 'ਚੋਂ ਇੱਕ ਗਲਤ ਟਰਮ ਆਪਾਂ ਨੇ ਫਾਈਂਡ ਕਰਨੀ ਹੈ। ਤਾਂ ਚੈਪਟਰ ਦਾ ਨਾਮ ਹੈਗਾ ਦੋਸਤੋ ਨਮੈਰਿਕ ਸੀਰੀਜ਼, ਉਹਦੇ ਵਿੱਚ ਰੋਂਗ ਟਰਮ ਇਨ ਨੰਬਰ ਸੀਰੀਜ਼। ਮਤਲਬ ਕਿ ਮੇਰੇ ਖਿਆਲ 'ਚ RS ਅਗਰਵਾਲ ਬੁੱਕ ਦਾ ਇਹ ਪਹਿਲੇ ਚੈਪਟਰ ਦੀ ਦੂਜੀ ਐਕਸਰਸਾਈਜ਼ ਆ, ਉਸ ਨੂੰ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰ ਲੈਣੀ ਹੈ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਆ ਗਿਆ 21ਵਾਂ ਦੋਸਤੋ। ਇਸ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਹੈ ਬਲੈਂਕਸ ਦਿੱਤੀਆਂ ਹੋਈਆਂ, ਜਿਵੇਂ ਕਿ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਹੈ। ਆਹ ਦੇਖੋ ਦੋਸਤੋ, ਡੈਸ਼ ਦਿੱਤੀ ਹੋਈ ਹੈ, ਉਹਦੇ ਬਾਅਦ B-DA-B-D-D-A। ਦੋਸਤੋ ਇਹ ਕੰਟੀਨਿਊਸ ਪੈਟਰਨ ਸੀਰੀਜ਼ ਆ। ਇਹ ਕੰਟੀਨਿਊਸ ਪੈਟਰਨ ਸੀਰੀਜ਼ ਇਹ ਵੀ RS ਅਗਰਵਾਲ ਦਾ ਪਹਿਲਾ ਚੈਪਟਰ ਹੈ, ਜਿਸ ਦੇ ਵਿੱਚ ਮੇਰੇ ਖਿਆਲ 'ਚ ਲਾਸਟ ਵਾਲੀ ਐਕਸਰਸਾਈਜ਼ ਹੈ ਇਹ ਉਸ ਚੈਪਟਰ ਦੀ, ਫਸਟ ਚੈਪਟਰ ਦੀ RS ਅਗਰਵਾਲ ਦੇ ਵਿੱਚ। ਤੁਸੀਂ ਇਹ ਐਕਸਰਸਾਈਜ਼ ਵੀ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ, ਤੁਸੀਂ ਇਹ ਐਕਸਰਸਾਈਜ਼ ਵੀ ਪੂਰੀ ਚੰਗੀ ਤਰ੍ਹਾਂ ਕਰਨੀ ਹੈ। ਇਸ ਦੇ ਵਿੱਚੋਂ ਪੱਕਾ ਇੱਕ ਨਾ ਇੱਕ ਕੁਐਸਚਨ ਸੈੱਟ ਹੋਏਗਾ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ ਆ ਗਿਆ 22ਵਾਂ। ਪ੍ਰਸ਼ਨ 22ਵੇਂ ਦੇ ਵਿੱਚ ਆ ਗਿਆ ਆਪਾਂ ਨੂੰ ਦੋ ਪੇਅਰ ਦਿੱਤੇ ਹੋਏ ਆ, ਮਤਲਬ ਕਿ
ਐਨਾਲੋਗੀ ਦੇ ਫਾਰਮ 'ਚ ਦਿੱਤੇ ਹੋਏ ਆ ਵੀ ਇਹ 10 91 ਨਾਲ ਰਿਲੇਟ ਕਰਦਾ ਤੇ ਇਦਾਂ 9 ਕਾਹਦੇ ਨਾਲ ਰਿਲੇਟ ਕਰੂਗਾ, ਜਾਂ ਫਿਰ ਕੋਰਸਪੋਂਡਿੰਗ ਦਿੱਤਾ ਹੋਇਆ ਹੁੰਦਾ ਦੋਸਤੋ 10 ਇਹਦੇ ਨਾਲ ਕੋਰਸਪੋਂਡਿੰਗ 9 ਨਾਲ ਹੋਊਗਾ ਕੋਰਸਪੋਂਡਿੰਗ ਤੇ 91 ਦਾ ਇਹਦੇ ਨਾਲ ਕੋਰਸਪੋਂਡਿੰਗ, ਕੁਝ ਇਦਾਂ ਦਾ ਰਿਲੇਸ਼ਨ ਬਣਾਇਆ ਹੁੰਦਾ ਇਹਨਾਂ ਦਾ। ਤੇ ਇਹ ਦੋਸਤੋ RS ਅਗਰਵਾਲ ਦੇ ਵਿੱਚ ਨੰਬਰ ਐਨਾਲੋਗੀ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ। ਨੰਬਰ ਐਨਾਲੋਗੀ ਚੈਪਟਰ ਦੂਜਾ ਚੈਪਟਰ ਦੋਸਤੋ ਐਨਾਲੋਗੀ ਦਾ, ਤੇ ਉਸ ਦੇ ਵਿੱਚ ਨੰਬਰ ਐਨਾਲੋਗੀ ਦੀ ਇੱਕ ਆਪਣੇ ਕਹਿ ਸਕਦੇ ਹਾਂ ਇੱਕ ਐਕਸਰਸਾਈਜ਼ ਆ, ਤੁਸੀਂ ਉਹ ਚੰਗੀ ਤਰ੍ਹਾਂ ਮਤਲਬ ਕਿ ਪੜ੍ਹ ਲੈਣੀ ਹੈ, ਪ੍ਰੈਕਟਿਸ ਕਰ ਲੈਣੀ ਹੈ, ਠੀਕ ਹੈ ਨਾ, ਉਸ ਦਾ ਕੁਐਸਚਨ ਹੈ। ਅੱਗੇ ਗੱਲ ਕਰਦੇ ਹਾਂ, ਪ੍ਰਸ਼ਨ ਆ ਗਿਆ 23ਵਾਂ। ਪ੍ਰਸ਼ਨ 23ਵਾਂ ਦੋਸਤੋ ਪਤਾ ਹੀ ਲੱਗ ਰਿਹਾ ਹੈ ਕਿ ਨੰਬਰ ਸੀਰੀਜ਼ ਦਾ ਕੁਐਸਚਨ ਆ। ਆਪਾਂ ਨੂੰ ਇੱਕ ਨੰਬਰ ਸੀਰੀਜ਼ ਦਿੱਤੀ ਹੈ, ਉਹਦੇ ਵਿੱਚ ਆਪਾਂ ਨੇ ਰੋਂਗ ਟਰਮ ਫਾਈਂਡ ਆਊਟ ਕਰਨੀ ਆ, ਤੇ ਆਹ ਤੁਹਾਡੇ ਸਾਹਮਣੇ ਆ 21 28 33 35 37 36 ਇਹਨਾਂ ਚਾਰਾਂ ਚੋਂ ਮਤਲਬ ਕਿ ਇਹਨਾਂ ਚਾਰਾਂ ਆਪਸ਼ਨਾਂ ਚੋਂ ਇੱਕ ਆਪਾਂ ਨੇ ਰੋਂਗ ਟਰਮ ਸਿਲੈਕਟ ਕਰਨੀ ਹੈ, ਕਿਹੜੀ ਇਹ ਸੀਰੀਜ਼ ਦੇ ਵਿੱਚ ਰੋਂਗ ਟਰਮ ਸੀ, ਜਾਣੀ ਕਿ ਹੈ ਇਹ ਵੀ ਨੰਬਰ ਸੀਰੀਜ਼ ਦਾ ਕੁਐਸਚਨ RS ਅਗਰਵਾਲ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਦੂਜੀ ਐਕਸਰਸਾਈਜ਼ ਆ ਜਿਸ ਦੇ ਵਿੱਚ ਇਹ ਕੁਐਸਚਨ ਸੈੱਟ ਹੋਇਆ ਹੈ। ਤਾਂ ਅੱਗੇ ਗੱਲ ਕਰੀਏ ਦੋਸਤੋ, ਮਤਲਬ ਕਿ ਇਹ ਕੁਐਸਚਨ ਤੁਹਾਨੂੰ ਉੱਥੇ ਸ਼ਾਇਦ ਮਿਲੇ ਨਾ ਮਿਲੇ, ਬਟ ਮੈਂ ਤੁਹਾਨੂੰ ਇਹ ਦੱਸ ਰਿਹਾ ਦੋਸਤੋ ਵੀ ਇਹ ਨੰਬਰ ਸੀਰੀਜ਼ ਦਾ ਚੈਪਟਰ ਦਾ ਕੁਐਸਚਨ ਆ RS ਅਗਰਵਾਲ ਦੇ ਵਿੱਚ। ਤੁਸੀਂ ਪਹਿਲੇ ਚੈਪਟਰ ਦੀ ਦੂਜੀ ਐਕਸਰਸਾਈਜ਼ ਪ੍ਰੈਕਟਿਸ ਕਰਨੀ ਆ, ਉਸ ਦੇ ਵਿੱਚ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤਾਂ ਇਹ ਸਾਰੇ ਕੁਐਸਚਨ ਤੁਸੀਂ ਆਰਾਮ ਨਾਲ ਹੱਲ ਕਰ ਸਕਦੇ ਹੋ। ਸੌਰੀ। ਅੱਗੇ ਗੱਲ ਕਰੀਏ ਦੋਸਤੋ, 24ਵਾਂ ਪ੍ਰਸ਼ਨ ਕੰਪਲੀਟ ਦਾ ਫੋਲੋਇੰਗ ਸੀਰੀਜ਼, ਤੇ ਇਹ ਆ ਗਿਆ 975 864 753 642 ਤਾਂ ਅੱਗੇ ਖਾਲੀ ਥਾਂ ਦਿੱਤੀ ਹੋਈ ਹੈ ਦੋਸਤੋ, ਉਸ ਦੇ ਵਿੱਚ ਆਪਾਂ ਨੇ ਇੱਕ ਨੰਬਰ ਸੀਰੀਜ਼ ਨੂੰ ਕੰਪਲੀਟ ਕਰਨਾ ਹੈ, ਜਾਣੀ ਕਿ ਕੰਪਲੀਟ ਨੰਬਰ ਸੀਰੀਜ਼ ਦਾ ਇਹ ਜੋ ਹੈ ਮਤਲਬ ਕਿ ਚੈਪਟਰ ਦੇ ਵਿੱਚੋਂ ਕੁਐਸਚਨ ਸੈੱਟ ਹੋਇਆ। RS ਅਗਰਵਾਲ ਦਾ ਪਹਿਲਾ ਚੈਪਟਰ ਪਹਿਲੀ ਐਕਸਰਸਾਈਜ਼ ਹੈ ਦੋਸਤੋ, ਪਹਿਲੇ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ। ਦੇਖੋ ਉਸ ਦੇ ਵਿੱਚੋਂ ਹੁਣ ਤੱਕ 4-5 ਪ੍ਰਸ਼ਨ ਤਾਂ ਆਪਾਂ ਨੂੰ ਮਿਲੇ ਗਏ, ਠੀਕ ਹੈ ਨਾ। ਪਹਿਲਾ ਚੈਪਟਰ ਨੰਬਰ ਸੀਰੀਜ਼ ਜੋ RS ਅਗਰਵਾਲ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਤੁਸੀਂ ਛੱਡਣਾ ਨਹੀਂ, ਪੂਰਾ ਦਾ ਪੂਰਾ ਚੈਪਟਰ ਪ੍ਰੈਕਟਿਸ ਕਰਨਾ ਹੈ। ਅੱਗੇ ਗੱਲ ਕਰੀਏ ਪ੍ਰਸ਼ਨ 25ਵਾਂ, ZN + XT = TZ, ਕਹਿੰਦੇ ਜੇਕਰ ZN ਤੇ XT ਦਾ ਜੋੜ TZ ਹੈ ਤੇ ZV + ZR ਦਾ ਜੋੜ ZJR ਹੈ ਤੇ Z + Z ਕਿਹਦੇ ਬਰਾਬਰ ਹੋਵੇਗਾ। ਤਾਂ ਦੋਸਤੋ ਇਹ ਮੈਥੇਮੈਟੀਕਲ ਆਪਰੇਸ਼ਨ ਰੀਜਨਿੰਗ ਬੁੱਕ ਦੇ ਵਿੱਚ ਤੁਸੀਂ ਆ ਮੈਥੇਮੈਟੀਕਲ ਆਪਰੇਸ਼ਨ ਚੈਪਟਰ ਪੜ੍ਹਨਾ ਹੈ, ਤੁਹਾਨੂੰ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ, ਇਸ ਦੇ ਵਿੱਚੋਂ ਇੱਕ ਕੁਐਸਚਨ ਪਹਿਲਾਂ ਵੀ ਸੈੱਟ ਹੋ ਚੁੱਕਿਆ। ਮੈਥੇਮੈਟੀਕਲ ਆਪਰੇਸ਼ਨ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ ਦੋਸਤੋ, ਇਸ ਦੇ ਵਿੱਚੋਂ ਪੱਕਾ 1 ਜਾਂ 2 ਕੁਐਸਚਨ ਤਾਂ ਸੈੱਟ ਹੋਣੇ ਆ, ਤੁਸੀਂ ਇਹ ਚੈਪਟਰ ਬਿਲਕੁਲ ਵੀ ਛੱਡਣਾ ਨਹੀਂ, ਇਸ ਦੀ ਪ੍ਰੈਕਟਿਸ ਕਰਨੀ ਹੈ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 26ਵਾਂ, ਇਹ ਹੈ ਇਨ ਦਾ ਸੀਰੀਜ਼ F2, -D8 C16, B32। ਤਾਂ ਦੋਸਤੋ ਇਹ ਜੋ ਡੈਸ਼ ਹੈ, ਡੈਸ਼ ਦੀ ਜਗ੍ਹਾ ਤੇ ਆਪਾਂ ਨੇ ਫਾਈਂਡ ਆਊਟ ਕਰਨਾ ਕਿਹੜੀ ਟਰਮ ਆਏਗੀ। ਤਾਂ ਦੋਸਤੋ ਇਹ ਹੈਗਾ ਅਲਫਾ ਨੂਮੈਰਿਕ ਸੀਰੀਜ਼, ਪਹਿਲਾ ਹੀ ਚੈਪਟਰ ਹੈ ਦੋਸਤੋ, ਪਹਿਲੇ ਚੈਪਟਰ ਜੋ ਨੰਬਰ ਸੀਰੀਜ਼ ਦਾ ਚੈਪਟਰ ਉਸ ਦੇ ਵਿੱਚ ਇਹ ਅਲਫਾ ਨੂਮੈਰਿਕ ਸੀਰੀਜ਼ ਦੀ ਇੱਕ ਐਕਸਰਸਾਈਜ਼ ਹੈ, ਤੁਸੀਂ ਉਹ ਪ੍ਰੈਕਟਿਸ ਕਰਨੀ ਹੈ, ਉਸ ਦੇ ਵਿੱਚੋਂ ਤੁਹਾਡਾ ਇਹ ਕੁਐਸਚਨ ਈਜ਼ੀਲੀ ਹੱਲ ਹੋ ਜਾਏਗਾ। ਤੁਸੀਂ RS ਅਗਰਵਾਲ ਦੋਸਤੋ ਪ੍ਰੈਕਟਿਸ ਕਰ ਲਓ, RS ਅਗਰਵਾਲ ਦੇ ਬੁੱਕ ਵਿੱਚੋਂ ਇਹ ਜੋ ਮੈਂ ਤੁਹਾਨੂੰ ਚੈਪਟਰ ਦੱਸ ਰਿਹਾ ਇਹ ਤੁਸੀਂ ਪ੍ਰੈਕਟਿਸ ਕਰਕੇ ਜਾਇਓ, ਤਾਂ ਰੀਜਨਿੰਗ ਦੇ ਵਿੱਚੋਂ ਜੋ ਵੀ ਤੁਹਾਡਾ ਆਉਣਾ ਹੈ ਤੁਸੀਂ ਆਰਾਮ ਤੋਂ 80% ਮਾਰਕਸ ਰੀਜਨਿੰਗ ਦੇ ਉਸ ਦੇ ਵਿੱਚੋਂ ਲੈ ਲਓਗੇ, ਅਗਰ ਤੁਸੀਂ ਇਹ ਐਕਸਰਸਾਈਜ਼ਾਂ ਅਟੈਂਪਟ ਕਰਕੇ ਪੇਪਰ ਦੇ ਵਿੱਚ ਚਲ ਜਾਓਗੇ। ਬਾਕੀ ਪੜ੍ਹਨੇ ਦੀ ਕੋਸ਼ਿਸ਼ ਕਰਨੀ ਹੈ, ਸਾਰੇ RS ਅਗਰਵਾਲ ਦੇ ਜੋ ਵੀ ਮੇਨ ਚੈਪਟਰ ਉਹਨਾਂ ਨੇ ਦਿੱਤੇ ਹੋਏ ਸਿਲੇਬਸ ਦੇ ਵਿੱਚ ਉਹ ਤਾਂ ਪੜ੍ਹਨੇ ਹੀ ਪੜ੍ਹਨੇ ਆ, ਬਟ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣਾ ਹੈ। ਅੱਗੇ ਗੱਲ ਕਰਦੇ ਹਾਂ ਦੋਸਤੋ, ਪ੍ਰਸ਼ਨ ਆ ਗਿਆ 27ਵਾਂ, ਕੁੜੀਆਂ ਦੀ ਇੱਕ ਕਤਾਰ ਵਿੱਚ ਨਿਵੇਦਿਤਾ ਖੱਬਿਓਂ 15ਵੇਂ ਸਥਾਨ ਤੇ ਬਿਮਲਾ ਸੱਜਿਓਂ 23ਵੇਂ ਸਥਾਨ ਤੇ ਹੈ। ਜੇਕਰ ਉਹ ਆਪਣੇ ਸਥਾਨ ਆਪਸ ਵਿੱਚ ਬਦਲਣ ਤਾਂ ਨਿਵੇਦਿਤਾ ਖੱਬਿਓਂ 18ਵੇਂ ਸਥਾਨ ਤੇ ਆ ਜਾਂਦੀ, ਫਿਰ ਬਿਮਲਾ ਸੱਜਿਓਂ ਕਿਸ ਸਥਾਨ ਤੇ ਹੋਵੇਗੀ। ਦੋਸਤੋ ਪਤਾ ਹੀ ਲੱਗ ਰਿਹਾ ਹੈ ਕਿ ਕੋਈ ਬੈਠੇ ਹਨ, ਕੁਛ ਕੁੜੀਆਂ ਬੈਠੀਆਂ ਹਨ ਤੇ ਉਹਨਾਂ ਦੇ ਵਿੱਚ ਅਰੇਂਜਮੈਂਟ ਹੈ ਬੈਠਣ ਦਾ, ਤਾਂ ਇਹ ਦੋਸਤੋ ਇਹ ਇਸ ਤੋਂ ਹੀ ਪਤਾ ਲੱਗਦਾ ਹੈ ਪਜਲ ਹੈ, ਇੱਕ ਪਜਲ ਸੀਟਿੰਗ ਅਰੇਂਜਮੈਂਟ। ਇਹ ਤੁਸੀਂ ਰੀਜਨਿੰਗ ਦੀ ਬੁੱਕ ਦੇ ਵਿੱਚ ਪਜਲ ਦੇ ਵਿੱਚ ਚੈਪਟਰ ਦੇ ਵਿੱਚ ਜਾਣਾ, ਉਸ 'ਤੇ ਗਾਹਾਂ ਐਕਸਰਸਾਈਜ਼ ਮਿਲੇਗੀ ਤੁਹਾਨੂੰ ਸੀਟਿੰਗ ਅਰੇਂਜਮੈਂਟ ਦੀ। ਪਜਲ ਦੇ ਵਿੱਚ ਜਾ ਕੇ ਸੀਟਿੰਗ ਅਰੇਂਜਮੈਂਟ ਦੀ ਐਕਸਰਸਾਈਜ਼ ਦੇ ਵਿੱਚ ਤੁਹਾਨੂੰ ਇੱਦਾਂ ਦੇ ਕੁਐਸਚਨ ਮਿਲ ਜਾਣਗੇ, ਤੁਸੀਂ ਉੱਥੋਂ ਇਹ ਪ੍ਰੈਕਟਿਸ ਕਰਨੀ ਹੈ। ਤੇ ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ 28ਵਾਂ, ਇਹ ਕੰਪਲੀਟ ਦਾ ਫਿਗਰ ਸੀਰੀਜ਼। ਦੋਸਤੋ ਪਹਿਲਾਂ ਤਾਂ ਆਪਾਂ ਨੇ ਇੱਕ ਸੀਰੀਜ਼ ਦਾ ਚੈਪਟਰ ਸਿੰਪਲ ਕਰਿਆ ਜੋ ਨੰਬਰ ਸੀਰੀਜ਼ ਅਲਫਾ ਨੂਮੈਰਿਕ ਸੀਰੀਜ਼, ਬਟ ਹੁਣ ਇਹ ਇੱਕ ਫਿਗਰ ਟਾਈਪ ਸੀਰੀਜ਼ ਆ, ਫੋਟੋਆਂ ਦੀ ਮਤਲਬ ਕਿ ਆਪਾਂ ਨੂੰ ਦਿੱਤੀਆਂ ਹੋਈਆਂ, ਇਹਦੇ ਵਿੱਚੋਂ ਆਪਾਂ ਨੇ ਜਾਣਨਾ ਹੈ ਕੁਐਸਚਨ ਮਾਰਕ ਵਾਲੀ ਸੀਰੀਜ਼ ਆਪਾਂ ਫਾਈਂਡ ਆਊਟ ਕਰਨੀ ਹੈ, 4 ਆਪਸ਼ਨਾਂ 'ਚੋਂ ਕਿਹੜੀ ਹੋਵੇਗੀ। ਤਾਂ ਦੋਸਤੋ ਇਹਨੂੰ ਆਪਾਂ ਫਿਗਰ ਸੀਰੀਜ਼ ਕਹਿ ਦਿੰਦੇ ਹਾਂ, ਤੇ ਇਹ ਤੁਹਾਨੂੰ RS ਅਗਰਵਾਲ ਦੇ ਵਿੱਚ ਫਿਗਰ ਸੀਰੀਜ਼ ਨਾਂ ਦੇ ਚੈਪਟਰ ਤੋਂ ਮਿਲ ਜੇਗੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਦੋਸਤੋ, ਪ੍ਰਸ਼ਨ ਆ ਗਿਆ 29ਵਾਂ ਪ੍ਰਸ਼ਨ ਦੋਸਤੋ,
ਜਿਵੇਂ 29 ਪ੍ਰਸ਼ਨ ਪੜ੍ਹ ਕੇ ਦਿਖਾਉਂਦਾ ਤੁਹਾਨੂੰ। ਇੱਕ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਇੱਕ ਆਦਮੀ ਇੱਕ ਔਰਤ ਨੂੰ ਕਹਿੰਦਾ ਹੈ ਉਸਦੀ ਮਾਂ ਤੁਹਾਡੇ ਪਿਤਾ ਦੀ ਇਕਲੌਤੀ ਬੇਟੀ ਹੈ, ਔਰਤ ਉਸ ਵਿਅਕਤੀ ਨਾਲ ਕਿਵੇਂ ਸੰਬੰਧਿਤ ਹੈ। ਤਾਂ ਦੋਸਤੋ ਇਸ ਸਵਾਲ ਨੂੰ ਬਲੱਡ ਰਿਲੇਸ਼ਨ ਚੈਪਟਰ ਵਿੱਚੋਂ ਲਿਆ ਗਿਆ ਹੈ। ਆਰ.ਐਸ. ਅਗਰਵਾਲ ਦਾ ਬਲੱਡ ਰਿਲੇਸ਼ਨ ਚੈਪਟਰ ਦੋਸਤੋ ਬਹੁਤ ਹੀ ਇੰਪੋਰਟੈਂਟ ਹੈ। ਹਰੇਕ ਪੇਪਰ ਦੇ ਵਿੱਚ ਇਸ ਦੇ ਪੇਪਰ ਦੇ ਵਿੱਚ ਅਗਰ ਰੀਜਨਿੰਗ ਆਉਂਦੀ ਹੈ ਤਾਂ ਇਸ ਚੈਪਟਰ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨ ਤਾਂ ਪੱਕੇ ਸੈੱਟ ਹੁੰਦੇ ਹਨ। ਬਲੱਡ ਰਿਲੇਸ਼ਨ ਬੜਾ ਵਧੀਆ ਇੰਟਰਸਟਿੰਗ ਹੈ, ਤੁਸੀਂ ਉਸ ਚੈਪਟਰ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰਕੇ ਜਾਣਾ ਹੈ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 30ਵਾਂ। ਦੋਸਤੋ ਇਹ ਵੀ ਇੱਕ ਕੰਟੀਨਿਊਸ ਪੈਟਰਨ ਸੀਰੀਜ਼ ਦਾ ਕੁਐਸਚਨ ਹੈ। ਮਤਲਬ ਕਿ 1112 = 25 ਦਿੱਤਾ, 1113 36 ਦਿੱਤਾ, 1114 ਆਪਣਾ ਨੂੰ ਦਿੱਤਾ 47, ਤਾਂ 1117 ਕਿਹਦੇ ਬਰਾਬਰ ਹੋਏਗਾ। ਤਾਂ ਇਹਨਾਂ ਚਾਰਾਂ ਆਪਸ਼ਨਾਂ 'ਚ ਆਪਾਂ ਨੇ ਸਿਲੈਕਟ ਕਰਨਾ। ਮਤਲਬ ਕਿ ਹੈ ਕੰਟੀਨਿਊ ਪੈਟਰਨ ਸੀਰੀਜ਼, ਇੱਕ ਪੈਟਰਨ ਚੱਲ ਰਿਹਾ ਉਹਦੇ ਅਗੇਂਸਟ ਆਪਾਂ ਨੇ ਜੋ ਮਿਸਿੰਗ ਟਰਮ ਹੈ ਉਹ ਫਾਈਂਡ ਆਊਟ ਕਰਨੀ ਹੈ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ 31ਵਾਂ। ਪ੍ਰਸ਼ਨ 31ਵਾਂ, ਇੱਕ ਆਦਮੀ ਉੱਤਰ ਵੱਲ 3 ਕਿਲੋਮੀਟਰ ਚੱਲਦਾ ਹੈ, ਫਿਰ ਖੱਬੇ ਮੁੜਦਾ ਹੈ ਅਤੇ 2 ਕਿਲੋਮੀਟਰ ਜਾਂਦਾ ਹੈ, ਫਿਰ ਖੱਬੇ ਜਾਂਦਾ ਹੈ ਅਤੇ 3 ਕਿਲੋਮੀਟਰ ਤੁਰਦਾ ਹੈ। ਉਹ ਸੱਜੇ ਮੁੜਦਾ ਹੈ ਅਤੇ ਸਿੱਧਾ ਤੁਰਦਾ ਹੈ। ਹੁਣ ਉਹ ਕਿਸ ਦਿਸ਼ਾ ਵਿੱਚ ਚੱਲ ਰਿਹਾ ਹੈ। ਦੋਸਤੋ ਪਤਾ ਹੀ ਲੱਗਦਾ ਹੈ ਕਿ ਦਿਸ਼ਾ ਦੀ ਗੱਲ ਕਰੀ ਗਈ। ਆਰ.ਐਸ. ਅਗਰਵਾਲ ਦੇ ਵਿੱਚ ਦੋਸਤੋ ਡਾਇਰੈਕਸ਼ਨ ਸੈਂਸ ਟੈਸਟ ਇੱਕ ਚੈਪਟਰ ਦਾ ਨਾਮ ਹੈ। ਤੁਸੀਂ ਡਾਇਰੈਕਸ਼ਨ ਸੈਂਸ ਟੈਸਟ ਉਹ ਚੈਪਟਰ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣਾ ਹੈ। ਦੋਸਤੋ ਬਹੁਤ ਹੀ ਸਿੰਪਲ ਹੈ, ਅਗਰ ਸਮਝ ਕੇ ਕਰੋਗੇ ਤੁਹਾਡੇ 15-20 ਮਤਲਬ ਪ੍ਰਸ਼ਨ ਕਰਦੇ ਕਰਦੇ ਤੁਹਾਡੀ ਇੰਨੀ ਪ੍ਰੈਕਟਿਸ ਹੋ ਜਾਏਗੀ, ਤੁਸੀਂ ਆਰਾਮ ਨਾਲ ਹਰੇਕ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ ਇੱਦਾਂ ਦੇ ਨੂੰ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 32ਵਾਂ। ਇੱਕ ਵਿਸ਼ੇਸ਼ ਭਾਸ਼ਾ ਵਿੱਚ ਪਾਣੀ ਕਾਲਾ ਕਹਾਉਂਦਾ ਹੈ, ਕਾਲਾ ਦਰਖਤ ਕਹਾਉਂਦਾ ਹੈ, ਦਰਖਤ ਨੀਲਾ ਕਹਾਉਂਦਾ ਹੈ, ਨੀਲਾ ਬਾਰਿਸ਼ ਕਹਾਉਂਦਾ ਹੈ, ਬਾਰਿਸ਼ ਗੁਲਾਬੀ ਕਹਾਉਂਦੀ ਹੈ, ਗੁਲਾਬੀ ਮਛਲੀ ਕਹਾਉਂਦਾ ਹੈ, ਫਿਰ ਆਕਾਸ਼ ਦਾ ਰੰਗ ਕੀ ਹੈ। ਤਾਂ ਦੋਸਤੋ ਇੱਦਾਂ ਦੇ ਪ੍ਰਸ਼ਨ ਆਪਾਂ ਨੂੰ ਰੀਜਨਿੰਗ ਦੇ ਬੁੱਕ ਵਿੱਚ ਕੋਡਿੰਗ ਡਿਕੋਡਿੰਗ ਦੇ ਚੈਪਟਰ ਦੇ ਵਿੱਚ ਸਬਸਟੀਟਿਊਸ਼ਨ ਸੀਰੀਜ਼ ਦੇ ਵਿੱਚ ਮਿਲ ਜਾਣਗੇ। ਮਤਲਬ ਸਬਸਟੀਟਿਊਸ਼ਨ ਕੋਡਿੰਗ ਡਿਕੋਡਿੰਗ ਸੀਰੀਜ਼ ਐਕਸਰਸਾਈਜ਼ ਆ। ਸਬਸਟੀਟਿਊਸ਼ਨ ਕੋਡਿੰਗ ਡਿਕੋਡਿੰਗ ਦੀ ਇੱਕ ਐਕਸਰਸਾਈਜ਼ ਆ, ਉਹਦੇ ਵਿੱਚ ਰੀਜਨਿੰਗ ਦੇ ਬੁੱਕ ਦੇ ਵਿੱਚ ਆਰ.ਐਸ. ਅਗਰਵਾਲ ਦੀ ਦੇ ਵਿੱਚ ਤੁਹਾਨੂੰ ਇੱਦਾਂ ਦੇ ਕੁਐਸਚਨ ਮਿਲ ਜਾਣਗੇ। ਤੁਸੀਂ ਉਸ ਐਕਸਰਸਾਈਜ਼ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣਾ ਹੈ, ਠੀਕ ਹੈ ਨਾ। ਇਸ ਦੇ ਵਿੱਚ ਆਖਰ 'ਚ ਕਿਹਾ ਪੁੱਛਿਆ ਗਿਆ ਆਕਾਸ਼ ਦਾ ਰੰਗ ਕੀ ਹੈ। ਆਕਾਸ਼ ਦਾ ਰੰਗ ਦੋਸਤੋ ਤੁਹਾਨੂੰ ਪਤਾ ਹੈ ਕਿ ਨੀਲਾ ਹੁੰਦਾ ਹੈ, ਤਾਂ ਨੀਲੇ ਨੂੰ ਇੱਥੇ ਕੀ ਕਿਹਾ ਗਿਆ ਹੈ, ਨੀਲਾ ਬਾਰਿਸ਼ ਕਹਾਉਂਦਾ, ਤਾਂ ਆਨਸਰ ਇਹਦਾ ਬਾਰਿਸ਼ ਹੋਵੇਗਾ। ਤਾਂ ਨੀਲਾ ਬਾਰਿਸ਼ ਕਹਾਉਂਦਾ ਹੈ, ਆਪਸ਼ਨ ਸੀ ਇਹਦਾ ਆਨਸਰ ਹੋਵੇਗਾ। ਅੱਗੇ ਗੱਲ ਕਰਦੇ ਹਾਂ ਦੋਸਤੋ ਇੱਦਾਂ ਦੇ ਪ੍ਰਸ਼ਨ ਮਤਲਬ ਕਿ ਤੁਹਾਨੂੰ ਬੁੱਕ ਦੇ ਵਿੱਚੋਂ ਮਿਲ ਜਾਣਗੇ। ਪ੍ਰਸ਼ਨ ਆ ਗਿਆ 33ਵਾਂ। ਆਫ ਦੀ 6 ਨੰਬਰਸ ਆਫ ਪੈਨਲ ਸਿਟਿੰਗ ਇਜ਼ ਨਾ ਰੋ। ਮਤਲਬ ਇੱਕ ਪੈਨਲ ਦੇ ਇੱਕ ਕਤਾਰ ਦੇ ਵਿੱਚ ਬੈਠੇ 6 ਸਦੱਸਿਆਂ ਵਿੱਚੋਂ ਐਕਸ ਕਿਊ ਦੇ ਖੱਬੇ ਹੈ ਪਰ ਪੀ ਦੇ ਸੱਜੇ ਹੈ, ਵਾਈ ਕਿਊ ਦੇ ਸੱਜੇ ਹੈ ਅਤੇ ਪਰ ਜ਼ੈਡ ਦੇ ਖੱਬੇ ਹੈ, ਜ਼ੈਡ ਆਰ ਦੇ ਖੱਬੇ ਹੈ। ਉਹ ਐਸ ਦੱਸੋ ਦੋਸਤੋ। ਅੱਗੇ ਕਿਆ ਪੁੱਛਿਆ ਉਹਨਾਂ ਨੇ ਪੁੱਛਿਆ ਉਹ ਐਸ ਦੱਸੋ ਲੱਭੋ ਜਿਹੜੇ ਸਿਰਿਆਂ 'ਤੇ ਹਨ। ਮਤਲਬ ਕਿ ਉਹਨਾਂ ਨੇ ਕੁਛ ਇਹ ਕਿਹਾ ਗਿਆ ਵੀ ਸਿਰਿਆਂ ਤੋਂ ਮਤਲਬ ਕਿ ਇੱਕ ਸੀਰੀਜ਼ ਦੇ ਵਿੱਚ ਇੱਧਰਲੇ ਪੁਆਇੰਟ 'ਤੇ ਅਤੇ ਇੱਧਰਲੇ ਪੁਆਇੰਟ ਦੇ ਵਿੱਚ ਜੋ ਬੈਠੇ ਬੰਦੇ ਆ ਉਹਨਾਂ ਨੂੰ ਆਪਾਂ ਨੇ ਸ਼ਾਇਦ ਲੱਭਣਾ ਹੈ। ਇਹ ਗੱਲ ਕਰੀ ਗਈ ਹੈ ਪਜਲ ਸੀਟਿੰਗ ਅਰੇਂਜਮੈਂਟ ਚੈਪਟਰ। ਤੁਹਾਨੂੰ ਪਜਲ ਦੇ ਵਿੱਚ ਜਾ ਕੇ ਸੀਟਿੰਗ ਅਰੇਂਜਮੈਂਟ ਦੀ ਇੱਕ ਐਕਸਰਸਾਈਜ਼ ਹੋਵੇਗੀ, ਉਸ ਦੇ ਵਿੱਚ ਮਿਲ ਜਾਵੇਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਸੀਟਿੰਗ ਅਰੇਂਜਮੈਂਟ 'ਚੋਂ ਪਹਿਲਾਂ ਵੀ ਕੁਐਸਚਨ ਆ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਫਿਰ ਸੀਟਿੰਗ ਅਰੇਂਜਮੈਂਟ ਦਾ ਇੱਕ ਦੁਬਾਰਾ ਕੁਐਸਚਨ ਚੱਕ ਲਿਆ ਉਹਨਾਂ ਨੇ ਵੀ ਮਤਲਬ ਕਿ ਪਜਲ ਚੈਪਟਰ ਕਹਿਣ ਦਾ ਮਤਲਬ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਸ ਦੇ ਵਿੱਚ ਸੀਟਿੰਗ ਅਰੇਂਜਮੈਂਟ ਐਕਸਰਸਾਈਜ਼ ਹੈ ਜਿਸ ਦੇ ਵਿੱਚ 2 ਕੁਐਸਚਨ ਤੁਹਾਨੂੰ ਹੁਣ ਤੱਕ ਸੈੱਟ ਹੋਏ ਇਸ ਪੇਪਰ ਦੇ ਵਿੱਚ ਮਿਲ ਚੁੱਕੇ ਨੇ। ਤਾਂ ਤੁਸੀਂ ਇਹ ਚੈਪਟਰ ਬਿਲਕੁਲ ਨਹੀਂ ਛੱਡਣਾ, ਪਜਲ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਕਰਕੇ ਜਾਣਾ, ਪ੍ਰਪੇਅਰ ਕਰਕੇ ਜਾਣਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 34ਵਾਂ। ਪ੍ਰਸ਼ਨ 34ਵਾਂ ਦੋਸਤੋ ਇਹਦੇ ਵਿੱਚ ਦਿੱਤਾ ਗਿਆ ਆਪਾਂ ਨੂੰ 2 ਕਥਨ ਦਿੱਤੇ ਹੋਏ ਆ ਅਤੇ ਉਹਨਾਂ ਦੇ ਸਿੱਟੇ। ਕਥਨ ਨੂੰ ਆਪਾਂ ਨੇ ਪੜ੍ਹ ਕੇ ਸਿੱਟਾ ਕੱਢਣਾ ਦੋਸਤੋ। ਤਾਂ ਸਾਰੇ ਅਧਿਆਪਕ ਸੂਝਵਾਨ ਹਨ, ਕੁਝ ਅਧਿਆਪਕ ਕਲਾਕਾਰ ਹਨ। ਮਤਲਬ ਕਿ ਇੱਦਾਂ ਦਾ ਕੁਛ ਆਪਾਂ ਨੂੰ 2 ਕਥਨ ਦਿੱਤੇ ਹੋਏ ਆ ਅਤੇ ਇਹਨਾਂ ਦੇ ਬੇਸ 'ਤੇ ਆਪਾਂ ਨੇ 4 ਆਪਸ਼ਨਾਂ 'ਚੋਂ ਸਿਲੈਕਟ ਕਰਨਾ ਹੈ ਵੀ ਕਿਹੜਾ ਸਹੀ ਆ। ਤਾਂ ਦੋਸਤੋ ਇਹ ਰੀਜਨਿੰਗ ਬੁੱਕ ਦੀ ਆਰ.ਐਸ. ਅਗਰਵਾਲ ਦੀ ਰੀਜਨਿੰਗ ਬੁੱਕ ਤੁਸੀਂ ਚੱਕ ਲਿਓ। ਉਸ ਦੇ ਵਿੱਚ ਲੌਜਿਕ ਨਾਂ ਦਾ ਚੈਪਟਰ ਆ, ਉਸ ਦੇ ਵਿੱਚ 2 ਪ੍ਰਮਾਈਜ਼ ਆਰਗੂਮੈਂਟ ਇੱਕ ਐਕਸਰਸਾਈਜ਼ ਆ ਜਿਹੜੀ ਤੁਸੀਂ ਉਹ ਪੜ੍ਹਨੀ ਹੈ, ਜਿਸ ਦੀ ਪ੍ਰੈਕਟਿਸ ਕਰਨੀ ਹੈ, ਠੀਕ ਹੈ ਨਾ। ਇਹਨੂੰ ਬਿਲਕੁਲ ਛੱਡਣਾ ਨਹੀਂ, ਇਹ ਵੀ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ। ਇਹਦਾ ਵਿੱਚੋਂ ਵੀ ਇੱਕ ਨਾ ਇੱਕ ਕੁਐਸਚਨ ਤਾਂ ਪੱਕਾ ਸੈੱਟ ਹੁੰਦਾ ਹੀ ਹੁੰਦਾ ਹੈ, ਗਰੰਟਡ ਆ ਤੁਹਾਨੂੰ ਇਸ ਵਾਰ ਵੀ ਇੱਕ ਨਾ ਇੱਕ ਕੁਐਸਚਨ ਇਸ ਦਾ ਆਵੇਗਾ। ਅੱਗੇ ਗੱਲ ਕਰਦੇ ਹਾਂ ਦੋਸਤੋ ਜੋ ਕਿ ਅੱਜ ਦਾ 35ਵਾਂ ਪ੍ਰਸ਼ਨ ਅਤੇ ਲਾਸਟ ਪ੍ਰਸ਼ਨ ਹੈ। ਤੁਹਾਨੂੰ ਆਰ.ਐਸ. ਅਗਰਵਾਲ ਦੇ ਵਿੱਚੋਂ ਇਹੀ ਪ੍ਰਸ਼ਨ ਆਏ ਸੀ, ਰੀਜਨਿੰਗ ਦੇ ਇਹੀ ਪ੍ਰਸ਼ਨ ਆਏ ਸੀ ਪਿਛਲੇ ਪਟਵਾਰੀ ਦੇ ਪੇਪਰ ਦੇ ਵਿੱਚ, ਅਤੇ ਅੱਜ ਇਹ ਆਖਰੀ ਪ੍ਰਸ਼ਨ ਦੋਸਤੋ। ਇਹ ਵੀ ਮਤਲਬ ਕਿ
ਪ੍ਰੀਤੀ ਨੇ ਰਾਹੁਲ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ, ਜਮੁਨਾ ਨੇ ਦਿਵਿਆ ਦੇ ਸਮਾਨ ਅੰਕ ਪ੍ਰਾਪਤ ਕੀਤੇ ਹਨ, ਲੋਕਿਤਾ ਨੇ ਮੰਜੂ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ, ਰਾਹੁਲ ਨੇ ਜਮੁਨਾ ਨਾਲੋਂ ਵਧੇਰੇ ਅੰਕ ਪ੍ਰਾਪਤ ਕੀਤੇ, ਮੰਜੂ ਨੇ ਦਿਵਿਆ ਨਾਲੋਂ ਘੱਟ ਅੰਕ ਪ੍ਰਾਪਤ ਕੀਤੇ। ਸਭ ਤੋਂ ਘੱਟ ਅੰਕ ਕਿਸ ਨੂੰ ਪ੍ਰਾਪਤ ਹੋਏ? ਦੋਸਤੋ ਪਜ਼ਲ ਚੈਪਟਰ ਦੀ ਮੈਂ 3-4 ਵਾਰੀ ਤੁਹਾਨੂੰ ਡਿਸਕਸ ਕਰ ਚੁੱਕੇ ਹਾਂ। ਪਜ਼ਲ ਚੈਪਟਰ ਦੇ 3-4 ਕੁਐਸਚਨ ਇਸ ਦੇ ਵਿੱਚ ਸੈੱਟ ਹੋ ਚੁੱਕੇ ਹਨ। RS ਅਗਰਵਾਲ ਦਾ ਪਜ਼ਲ ਚੈਪਟਰ ਤੁਸੀਂ ਪੜ੍ਹ ਕੇ ਜਾਣਾ ਹੈ। ਪਹਿਲਾਂ ਤਾਂ ਤੁਹਾਨੂੰ ਮੈਂ ਸੀਟਿੰਗ ਅਰੇਂਜਮੈਂਟ ਦੇ ਦੱਸੇ ਸੀ, ਇਹ ਕੁਝ ਅੰਕਾਂ ਦੇ ਆਧਾਰਿਤ 'ਤੇ ਹਨ, ਅਤੇ ਤੁਸੀਂ ਦੋਸਤੋ ਇਹ ਵੀ ਚੈਪਟਰ ਪੜ੍ਹ ਕੇ ਜਾਣਾ ਹੈ। ਪਜ਼ਲ ਚੈਪਟਰ ਪੂਰਾ ਪੜ੍ਹ ਕੇ ਜਾਣਾ, ਇਸ ਦੇ ਵਿੱਚੋਂ ਕੁਐਸਚਨ ਪੱਕਾ ਸੈੱਟ ਹੋਵੇਗਾ ਇਸ ਵਾਰੀ। ਤਾਂ ਦੋਸਤੋ ਕੁੱਲ ਮਿਲਾ ਕੇ ਅੱਜ ਦੀ ਵੀਡੀਓ ਵਿੱਚ ਇਹੀ ਦੱਸਣਾ ਸੀ ਤੁਹਾਨੂੰ ਕਿ ਰੀਜਨਿੰਗ ਦੇ ਕੁਐਸਚਨ ਕਿੱਥੋਂ ਸੈੱਟ ਹੁੰਦੇ ਹਨ ਅਤੇ ਕਿਹੜੇ ਚੈਪਟਰ ਖਾਸ ਹਨ ਅਤੇ ਕਿਹੜੀਆਂ ਐਕਸਰਸਾਈਜ਼ਾਂ ਖਾਸ ਹਨ ਜਿਨ੍ਹਾਂ ਦੀ ਤੁਸੀਂ ਪ੍ਰੈਕਟਿਸ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਵਿੱਚ ਕਰਨੀ ਹੈ। ਅਤੇ ਦੋਸਤੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਆਵਾਂਗਾ ਕਿ ਮੈਥ ਦੇ ਕੁਐਸਚਨ ਆਉਣੇ ਹਨ, ਉਹ ਤੁਸੀਂ ਕਿਹੜੀਆਂ ਚੈਪਟਰਾਂ ਨੂੰ ਮੇਨ ਫੋਕਸ ਦੇਣਾ ਹੈ, ਕਿਹੜੀਆਂ ਐਕਸਰਸਾਈਜ਼ਾਂ ਨੂੰ ਮੇਨ ਫੋਕਸ ਦੇਣਾ ਹੈ, ਮੈਂ ਉਹ ਤੁਹਾਨੂੰ ਦੱਸਾਂਗਾ। ਅਤੇ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ। ਆਪਾਂ ਇਸ ਪਟਵਾਰੀ ਦੇ ਪੇਪਰ ਦੀ ਤਿਆਰੀ ਵੀ ਤੁਹਾਨੂੰ ਜਲਦੀ ਇਸ ਚੈਨਲ ਦੇ ਉੱਤੇ ਸ਼ੁਰੂ ਕਰਵਾ ਰਹੇ ਹਾਂ। ਐਗਰੀਕਲਚਰ ਦਾ ਆਪਾਂ ਨੇ ਸ਼ੁਰੂ ਕਰ ਦਿੱਤਾ ਹੈ, ਤੁਹਾਨੂੰ ਵੀਡੀਓ ਰੋਜ਼ ਦੀ ਰੋਜ਼ ਮਿਲ ਜਾਵੇਗੀ ਐਗਰੀਕਲਚਰ ਦੇ ਕੁਐਸਚਨਸ ਦੀ। ਇੱਦਾਂ ਹੀ ਆਪਾਂ ਸਾਰੇ ਸਬਜੈਕਟਸ ਨੂੰ ਲੈ ਕੇ ਆਪਾਂ ਤੁਹਾਡੀ ਰੋਜ਼ ਦੀ ਰੋਜ਼ ਵੀਡੀਓ ਪਾਏ ਕਰਾਂਗੇ। ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਜਦ ਆਪਾਂ ਨੂੰ ਲੱਗਿਆ ਕਿ ਮਤਲਬ ਕਿ ਆਪਣੇ ਨਾਲ ਕਾਫੀ ਕੈਂਡੀਡੇਟ ਜੁੜ ਗਏ, ਮਤਲਬ ਕਿ ਘੱਟੋ ਘੱਟ 5 ਤੋਂ 10,000 ਕੈਂਡੀਡੇਟ ਜੁੜ ਗਏ, ਤਾਂ ਆਪਾਂ ਇਹ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਪੂਰੀ ਪ੍ਰੋਪਰ ਤਿਆਰੀ ਸ਼ੁਰੂ ਕਰਵਾ ਦੇਵਾਂਗੇ। ਸਾਰੇ ਸਬਜੈਕਟਸ ਦੀ ਡੇਲੀਆਂ ਐਕਸਰਸਾਈਜ਼ ਪਾਵਾਂਗੇ, ਤੁਹਾਨੂੰ ਇੱਕ ਮੌਕ ਟੈਸਟ ਪਾਇਆ ਕਰਾਂਗੇ, ਪ੍ਰੈਕਟਿਸ ਮਤਲਬ ਕਿ ਪ੍ਰੈਕਟਿਸ ਲਈ ਇੱਕ ਵੀਡੀਓ ਪਾਇਆ ਕਰਾਂਗੇ, ਤੁਸੀਂ ਉਹ ਪ੍ਰੈਕਟਿਸ ਕਰਦੇ ਰਹਿਣਾ ਹੈ। ਫਿਰ ਅੱਜ ਦੀ ਵੀਡੀਓ ਵਿੱਚ ਬਸ ਇਹਨੇ। ਧੰਨਵਾਦ ਦੋਸਤੋ।